समझ तो बाहर होया कि की करिए। ਤੇ ਹੁਣ ਗੱਲ ਤਿਉਹਾਰੀ ਸੀਜ਼ਨ 'ਚ ਲੋਕਾਂ ਨੂੰ ਬੇਹਾਲ ਕਰ ਰਹੀ ਮਹਿੰਗਾਈ ਦੀ। ਤਿਉਹਾਰਾਂ ਦੌਰਾਨ ਅਮੂਮਨ ਹੀ ਲੋਕਾਂ ਦਾ ਖਰਚਾ ਜ਼ਿਆਦਾ ਹੁੰਦਾ ਹੈ ਤੇ ਉੱਪਰੋਂ ਮਹਿੰਗਾਈ ਦੀ ਮਾਰ ਲੋਕਾਂ ਤੇ ਹੋਰ ਬੋਝ ਪਾ ਰਹੀ ਹੈ। ਪੈਟਰੋਲ ਡੀਜ਼ਲ ਦੇ ਰੇਟ ਪਹਿਲਾਂ ਹੀ ਹਾਈ ਚੱਲ ਰਹੇ ਨੇ ਤੇ ਦਿਨ ਬ ਦਿਨ ਤੇਲ ਕੀਮਤਾਂ 'ਚ ਹੋਰ ਵਾਧਾ ਹੋ ਰਿਹਾ ਹੈ। ਅੱਜ ਵੀ ਪੈਟਰੋਲ ਡੀਜ਼ਲ ਦੇ ਰੇਟ 'ਚ 35 ਪੈਸੇ ਦਾ ਵਾਧਾ ਹੋਇਆ ਹੈ। ਅਕਤੂਬਰ ਮਹੀਨੇ 'ਚ ਹੁਣ ਤੱਕ 15 ਦਿਨ ਪੈਟਰੋਲ ਤੇ ਡੀਜ਼ਲ ਦੇ ਰੇਟ ਵਧੇ ਨੇ। ਅੱਜ 21 ਅਕਤੂਬਰ ਹੈ ਤੇ 21 ਦਿਨਾਂ ਦੇ ਵਿੱਚੋਂ 15 ਦਿਨਾਂ ਦੇ ਵਿੱਚ ਰੋਜ਼ ਪੈਟਰੋਲ ਤੇ ਡੀਜ਼ਲ ਦੇ ਰੇਟ ਵਧੇ ਨੇ। ਉਧਰ ਫਲ ਸਬਜ਼ੀਆਂ ਤੇ ਰਾਸ਼ਨ ਦੇ ਰੇਟਾਂ ਨੇ ਵੀ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਮਹਿੰਗਾਈ ਤੋਂ ਫਿਲਹਾਲ ਲੋਕਾਂ ਨੂੰ ਰਾਹਤ ਮਿਲਦੀ ਵੀ ਨਜ਼ਰ ਨਹੀਂ ਆ ਰਹੀ। ਲੋਕ ਸਰਕਾਰ ਵੱਲ ਆਸ ਨਾਲ ਦੇਖ ਰਹੇ ਨੇ ਕਿ ਘੱਟੋ ਘੱਟ ਤਿਉਹਾਰੀ ਸੀਜ਼ਨ 'ਚ ਤਾਂ ਮਹਿੰਗਾਈ ਤੋਂ ਥੋੜੀ ਰਾਹਤ ਦਿੱਤੀ ਜਾਵੇ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੈਟਰੋਲ ਡੀਜ਼ਲ ਦੀ ਕੀਮਤ ਹੈ ਜਿਹੜੀ ਉਹ ਬੇਲਗਾਮ ਹੁੰਦੀ ਜਾ ਰਹੀ ਹੈ ਤੇ ਉਸ ਦਾ ਸਿੱਧਾ ਅਸਰ ਹਰ ਚੀਜ਼ ਦੇ ਉੱਤੇ ਪੈਂਦਾ ਹੈ। ਤੁਹਾਡੇ ਘਰ ਦਾ ਜਿੰਨਾ ਵੀ ਖਰਚਾ ਹੈ ਉਸ ਦੇ ਉੱਤੇ ਪੈਂਦਾ ਹੈ, ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਟਰਾਂਸਪੋਰਟੇਸ਼ਨ ਦੇ ਥਰੂ ਆਉਂਦੀ ਹੈ, ਚਾਹੇ ਉਹ ਫਲ ਸਬਜ਼ੀਆਂ ਹੋਣ, ਚਾਹੇ ਰਾਸ਼ਨ ਦਾ ਹੋਰ ਸਮਾਨ ਹੋਵੇ। ਸਾਰੀਆਂ ਚੀਜ਼ਾਂ ਦੇ ਉੱਤੇ ਪੈਟਰੋਲ ਡੀਜ਼ਲ ਦੇ ਮਹਿੰਗੇ ਹੋਣ ਦਾ ਅਸਰ ਪੈਂਦਾ ਹੈ। ਤਾਂ ਇੱਕ ਪਾਸੇ ਪੈਟਰੋਲ ਡੀਜ਼ਲ ਦੀ ਲਗਾਤਾਰ ਕੀਮਤ ਵੱਧਦੀ ਜਾ ਰਹੀ ਹੈ। ਅੱਜ ਫਿਰ 35 ਪੈਸੇ ਰੇਟ ਵਧਿਆ ਹੈ ਤੇ ਉਸ ਦਾ ਸਿੱਧਾ ਅਸਰ ਤੁਹਾਡੀ ਜੇਬ ਦੇ ਉੱਤੇ ਪੈਂਦਾ ਹੈ। ਹਰ ਪਾਸੇ ਜਿਹੜੀ ਹੈ ਉਹ ਤਰਾਹੀ ਹੁੰਦੀ ਹੈ ਜਿਹੜੀ ਉਹ ਹੁਣ ਨਜ਼ਰ ਆ ਰਹੀ ਹੈ, ਕਿਉਂਕਿ ਲਗਾਤਾਰ ਕੀਮਤਾਂ ਵਧੀਆਂ ਨੇ। ਤੇ ਜੇ ਅਕਤੂਬਰ ਮਹੀਨੇ ਦੀ ਹੀ ਗੱਲ ਕਰ ਲਈਏ, 21 ਦਿਨਾਂ ਦੇ ਵਿੱਚੋਂ 15 ਦਿਨ ਲਗਾਤਾਰ ਕੀਮਤਾਂ ਵਧੀਆਂ ਨੇ। समझ तो बाहर होया कि की करिए। समझ तो बाहर होया कि की करिए। समझ तो बाहर होया कि की करिए। ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਤੇ ਸਿੱਧਾ ਅਸਰ ਜਿਹੜਾ ਹੈ ਜੇਬ ਤੇ ਪੈਂਦਾ ਹੈ ਲੋਕਾਂ ਦੇ। ਸਾਡੇ ਨਾਲ ਇਸ ਵੇਲੇ ਸਾਡੇ ਸਹਿਯੋਗੀ ਜਲੰਧਰ ਤੋਂ ਸੁਰਿੰਦਰ ਕੰਬੋਜ ਜੁੜੇ ਹੋਏ ਨੇ, ਮੋਹਾਲੀ ਤੋਂ ਉਮੇਸ਼ ਮੋਦਗਿਲ ਜੁੜੇ ਹੋਏ ਨੇ ਤੇ ਬਠਿੰਡਾ ਤੋਂ ਸੂਰਜ ਭਾਨ ਜੁੜੇ ਹੋਏ ਨੇ। ਸੁਰਿੰਦਰ, ਪਹਿਲਾਂ ਤੁਹਾਡੇ ਵੱਲ ਆਵਾਂਗੇ। ਜਲੰਧਰ ਦੇ ਵਿੱਚ ਕਿਸ ਕਿਸਮ ਦੀ ਸਥਿਤੀ ਹੈ, ਲੋਕਾਂ ਦਾ ਕੀ ਕਹਿਣਾ ਹੈ, ਕਿਉਂਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਤੇ ਸਿੱਧਾ ਅਸਰ ਹਰ ਚੀਜ਼ ਤੇ ਪੈਂਦਾ ਹੈ। ਬਿਲਕੁਲ ਅਰਸ਼ਦੀਪ, ਜਿੱਦਾਂ ਕਿ ਪਿਛਲੇ ਲਗਾਤਾਰ ਦਿਨਾਂ 'ਚ ਪੈਟਰੋਲ ਡੀਜ਼ਲ 30 ਪੈਸੇ 35 ਪੈਸੇ ਦੇ ਹਿਸਾਬ ਨਾਲ ਲਗਾਤਾਰ ਵਧਦੇ ਰਹੇ ਸੀਗੇ। ਉਸ ਤੋਂ ਬਾਅਦ ਜਿਹੜੇ ਪਹਾੜੀ ਇਲਾਕੇ ਹੈਗੇ ਆ ਉਹਨਾਂ ਦੇ ਵਿੱਚ ਬਰਸਾਤ ਹੋਣ ਨਾਲ ਜਿਹੜੀ ਸਬਜ਼ੀ ਦੀ ਆਮਦ ਹੈਗੀ ਆ ਉਹ ਬਹੁਤ ਘਟ ਗਈ ਹੈਗੀ ਆ ਔਰ ਜਿਹੜਾ ਭਾੜਾ ਸੀਗਾ ਉਹ ਵੱਧ ਗਿਆ। ਉਹਦੇ ਨਾਲ ਜਿਹੜੀ ਸਬਜ਼ੀ ਦੀ ਕੀਮਤ ਜਿਹੜੀ ਹੈਗੀ ਆ ਉਹ ਵੀ ਵੱਧ ਗਈ ਹੈਗੀ ਆ। ਅਸੀਂ ਜਲੰਧਰ ਦੀ ਸਬਜ਼ੀ ਮੰਡੀ ਦੇ ਵਿੱਚ ਹੈਗੇ ਆ। ਜੇ ਅਸੀਂ ਫੁੱਲ ਗੋਭੀ ਦੀ ਗੱਲ ਕਰੀਏ, ਫੁੱਲ ਗੋਭੀ ਜਿਹੜੀ 25 ਤੋਂ 30 ਰੁਪਏ ਕਿਲੋ ਮਿਲਦੀ ਹੁੰਦੀ ਸੀਗੀ ਉਹ ਇਸ ਵੇਲੇ 40 ਤੋਂ 50 ਰੁਪਏ ਕਿਲੋ ਜਿਹੜੀ ਇਸ ਵੇਲੇ ਵਿਕ ਰਹੀ ਹੈਗੀ ਆ। ਔਰ ਇਦਾਂ ਹੀ ਸਬਜ਼ੀਆਂ ਦੇ ਜਿਹੜੇ ਭਾਅ ਹੈਗੇ ਲਗਾਤਾਰ ਸਾਰੀਆਂ ਦੇ ਵਧੇ। ਹਰਾ ਮਟਰ ਜਿਹੜਾ ਹੈਗਾ, ਹਰਾ ਮਟਰ ਵੀ ਇਸ ਵੇਲੇ 70 ਤੋਂ 80 ਰੁਪਏ 70 ਰੁਪਏ ਕਿਲੋ 70 ਰੁਪਏ ਕਿਲੋ ਜਿਹੜਾ ਹੈਗਾ ਹਰਾ ਮਟਰ ਜਿਹੜਾ ਇਸ ਵੇਲੇ ਬਾਜ਼ਾਰ ਦੇ ਵਿੱਚ ਵਿਕ ਰਿਹਾ ਹੈ, ਮੰਡੀ ਵਿੱਚ ਵਿਕ ਰਿਹਾ ਹੈਗਾ। ਔਰ ਲਗਾਤਾਰ ਤਕਰੀਬਨ ਜਿਹੜੀਆਂ ਸਬਜ਼ੀਆਂ ਹੈਗੀਆਂ, ਸਬਜ਼ੀਆਂ ਦੇ ਭਾਅ ਤਕਰੀਬਨ ਜਿਹੜੇ ਹੈਗੇ ਆ ਉਹ ਅਸਮਾਨ ਨੂੰ ਛੂ ਰਹੇ ਹੈਗੇ, ਜਿਹਦੇ ਨਾਲ ਆਮ ਲੋਕਾਂ ਦੀ ਜਿਹੜੀ ਰਸੋਈ ਦਾ ਬਜਟ ਹੈਗਾ ਬਿਲਕੁਲ ਹਿੱਲ ਚੁੱਕਾ ਹੈ ਜੀ। ਔਰ ਲੋਕ ਕਾਫੀ ਪਰੇਸ਼ਾਨ ਹੈਗੇ ਆ। ਉਹ ਦੂਸਰੇ ਪਾਸੇ ਸਿਲੰਡਰ ਦੀਆਂ ਕੀਮਤਾਂ ਵੀ ਜਿਹੜੀਆਂ ਹੈਗੀਆਂ ਉਹਨਾਂ 'ਚ ਵੀ ਵਾਧਾ ਹੋਇਆ ਹੈਗਾ, ਉਹਦੇ ਨਾਲ ਵੀ ਕਾਫੀ ਫਰਕ ਜਿਹੜਾ ਹੈਗਾ ਉਹ ਪਿਆ ਹੈਗਾ। ਸਬਜ਼ੀ ਮੰਡੀ ਦੇ ਲੋਕ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਜੀ, ਇਹ ਸਬਜ਼ੀਆਂ ਦੇ ਰੇਟ ਜਿਹੜੇ ਹੈਗੇ ਲਗਾਤਾਰ ਵੱਧ ਰਹੇ ਕਿ ਕੀ ਕਾਰਨ ਕੀ ਹੈਗਾ? ਬੇਮੌਸਮੀ ਬਾਰਿਸ਼ ਹੋਣ ਕਰਕੇ ਫਸਲ ਨਹੀਂ ਹੋਇਆ ਨਾ, ਇਸ ਕਰਕੇ ਤਾਂ ਕਿ ਰੇਟ ਤੇਜ਼ ਹੋਇਆ। ਮਾਲ ਘੱਟ ਆ ਰਿਹਾ, ਫਸਲ ਘੱਟ ਹੋਈ ਆ ਤੇ ਖਪਤ ਉੰਨੀ ਗਈ ਆ। ਖਪਤ ਘਟਿਆ ਨਹੀਂ, ਖਪਤ ਜਿੰਨੀ ਜ਼ਿਆਦਾ ਆ ਤੇ ਇਨਕਮ ਮਾਲ ਘੱਟ ਆ ਰਿਹਾ। ਤੇਲ ਜਿਹੜੀ ਹੈ, ਤੇਲ ਦੀਆਂ ਕੀਮਤਾਂ ਵਧੀਆਂ ਹੈਗੀਆਂ, ਉਹਨਾਂ ਵੀ ਕੋਈ ਫਰਕ ਪਿਆ? ਹਾਂ, ਉਹਦਾ ਮਾਲ ਤੇ ਤੇਲ ਦੇ ਰੇਟ ਵੱਧ ਗਏ। ਸਮਝ ਲਓ ਕਿ ਸਾਰਾ ਚੀਜ਼ ਦਾ ਰੇਟ ਵੱਧ ਗਿਆ। ਸਾਰਾ ਰੇਟ ਤੇਲ ਦੇ ਉੱਪਰ ਹੀ ਸਭ ਕੁਝ ਡਿਪੈਂਡ ਕਰਦਾ। ਰੇਟ ਤੇਲ ਦਾ ਕੰਟਰੋਲ ਰਹੇਗਾ। ਗੱਲ ਕਰੀਏ ਇਸ ਵੇਲੇ ਸਬਜ਼ੀ ਜਿਹੜੀ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਦੀ ਗੱਲ ਕਰੀਏ ਕਿੰਨਾ ਕੁ ਸੁਰਿੰਦਰ ਜੁੜੇ ਰਹੋ। ਚੰਡੀਗੜ੍ਹ ਤੋਂ ਉਮੇਸ਼ ਸਾਡੇ ਸਹਿਯੋਗੀ ਜੁੜੇ ਹੋਏ ਨੇ। ਉਮੇਸ਼, ਚੰਡੀਗੜ੍ਹ ਦੇ ਵਿੱਚ ਕਿਸ ਕਿਸਮ ਦੀ ਸਥਿਤੀ ਹੈ, ਕਿਉਂਕਿ ਸਿੱਧਾ ਅਸਰ ਹਰ ਚੀਜ਼ ਦੇ ਉੱਤੇ ਪੈਂਦਾ ਹੈ ਜੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਵੱਧਦੀ ਹੈ। ਸੁਰਿੰਦਰ ਵੀ ਦੱਸ ਰਹੇ ਸਨ ਕਿ ਸਬਜ਼ੀਆਂ ਦੇ ਰੇਟ ਨੇ ਜਿਹੜੇ ਉਹ ਵੱਧ ਗਏ ਨੇ, ਬਾਕੀ ਜਿਹੜੀਆਂ ਘਰੇਲੂ ਇਸਤੇਮਾਲ ਦੇ ਲਈ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਵੀ ਰੇਟ ਵੱਧ ਗਏ ਨੇ। बिल्कुल, मैं अर्शी चंडीगढ़ के घर में मौजूद हूं और एक घर के उस किचन में आपको लेके चलेंगे और पूछेंगे उनसे कि किस तरह से इस महंगाई ने जो किचन का बजट है वो बिगाड़ दिया। हमारे साथ किचन को जो चलाते हैं, क्योंकि महिलाएं ही किचन है। मैम, क्या नाम है आपका?
ऋतु गर्ग हूँ मैं। तो जी किस तरह से आप देख रहे हैं कि आप अभी सब्जी छील रहे थे और किस तरह से बजट आपको लगता है, क्योंकि आप सब्जी मंडी भी जाती होंगी? बिल्कुल जी, मैं हर सैटरडे को यहाँ मंडी लगती है एडवोकेट सोसाइटी के बाहर। मैं हर सैटरडे को सब्जी लेने जाती हूँ। जो सब्जी हमें, जैसे ये अभी मैं घिया कर रही हूँ, ये हमें 25 या 30 रुपये किलो मिलती थी। मैं अभी इस सैटरडे को लेके आई हूँ 60 रुपये किलो। मतलब बजट इतना बढ़ा हुआ है, हर चीज़ का बजट बढ़ा हुआ है। जो हमारे 500 की हफ्ता की सब्जी आ जाती थी, आजकल 1800, 1900, 2000 की सब्जी आ रही है। सिर्फ 3 या 4 दिन चलती है वो मेरे सब्जियां। पेट्रोल भी 102 पे पहुंच चुका है, डीजल पेट्रोल सब कुछ। मतलब बजट बहुत, कोरोना के बाद बजट ठीक होना चाहिए। कोरोना में सब कुछ ठीक हो चुका है। कोरोना के बाद हमने ये सोचा था कि कोरोना के बाद इतना बुरा हाल हुआ है, सब शॉप का, बिजनेस का सारे डाउन आ गए हैं, तो शायद सब्जी पेट्रोल सब सस्ता होएगा। लेकिन नहीं, हमारी किसी ने भी हेल्प नहीं करी, खासकर घरेलू महिलाओं की। मोदी जी को सुनना चाहिए, हर गवर्नमेंट को सुनना चाहिए। कम से कम घरेलू महिलाओं को इतना दे कि वो बजट हम लोग लेके चल पड़े। अब वो एडवोकेट सोसाइटी में मैं रहती हूँ। अब वकील है जो 1 लाख रुपए लेते थे, कोर्ट ही नहीं खुली है, वीडियो कॉलिंग से कोर्ट हो रही है, तो उसमें कोई सेटिस्फेक्शन नहीं होती थी जब तक फिजिकली कोर्ट ना हो। तो क्लाइंट पैसे देने को लिए रेडी नहीं होता, क्योंकि वो बोलते हैं फिजिकली कोर्ट तो खुली नहीं है, हम 1 लाख रुपया क्यों दें आपको। वो 20,000, कहाँ 1 लाख और कहाँ 20,000। 3 बच्चे हैं मेरे, 3 वो बच्चों की एजुकेशन मुझे देनी पड़ती है। आप बजट तो मैं नहीं बता सकती, वो इसलिए क्योंकि बजट बिल्कुल बढ़ चुका है। दिवाली हमें लगती नहीं कि हम दिवाली कैसे निकालें इस बार। दिवाली पे जो चीज़ हम घर सजाते थे, दिए से, लाइटों से, मोमबत्ती से, हमें इस बार लगता है कि फीकी जाएगी हमारे। बल्कि कोरोना में जब पूरा लॉकडाउन था, उसके बाद हम ओपन हुआ तो फिर भी ठीक था, लेकिन सेकेंड लेयर आने के बाद, जबकि इतना लॉकडाउन नहीं था, उसके बाद भी हमारे ऊपर बजट के ऊपर बहुत मार पड़ी हुई है। पेट्रोल, सब्जियां, घर के सिस्टम, सब कुछ, सब बजट बिगड़ा हुआ है। बच्चों की फीस, स्कूल खुली नहीं है पर बच्चे स्कूल में पूरी फीस ली जा रही है। उनकी बिजली बच रही है, उनका सब कुछ बड़ा। स्कूल वालों को भी सोचना चाहिए कि हम फीस कम कर दें, लेकिन क्या, मिडिल क्लास फैमिली हर जगह से फंस रहा है। आपने देखा कि जो कहना है कि बजट जो है बढ़ गया, मिडिल क्लास फैमिली हर जगह से फंसी हुई है। सब्जी के जो रेट हैं जो बढ़ गए हैं, अगर जो सब्जी 500 की आती थी वो 1500 या 2000 तमाम जो हैं, और आप बजट जो है, पेट्रोल बढ़ रहा है, तो जाहिर तौर पर हर चीज बढ़ेगी, हर चीज का असर उस पर पड़ेगा। और ये तमाम जो परेशानियां खास करके कहियां कि कोरोना वायरस ਦੀ ਮਾਰ ਪਹਿਲਾਂ ਹੀ ਪਈ ਹੈ ਲੋਕਾਂ ਦੇ ਉੱਤੇ, ਉਹਨਾਂ ਦੇ ਬਿਜ਼ਨਸ ਠੱਪ ਹੋ ਗਏ ਨੇ। ਜੇ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਕੋਰੋਨਾ ਵਾਇਰਸ ਜਾਏਗਾ ਤਾਂ ਕੁਝ ਨਾਰਮਲ ਹੋਏਗਾ, ਲੇਕਿਨ ਮਹਿੰਗਾਈ ਹੋਰ ਵੱਧਦੀ ਨਜ਼ਰ ਆ ਰਹੀ ਹੈ। ਸੂਰਜ ਭਾਨ ਸਾਡੇ ਸਹਿਯੋਗੀ ਬਠਿੰਡਾ ਤੋਂ ਜੁੜੇ ਹੋਏ ਨੇ ਤੇ ਨਰੇਸ਼ ਸੇਠੀ ਫਰੀਦਕੋਟ ਤੋਂ ਜੁੜੇ ਹੋਏ ਨੇ। ਸੂਰਜ, ਤੁਹਾਡੇ ਵੱਲ ਆਵਾਂਗੇ। ਬਠਿੰਡਾ ਦੇ ਵਿੱਚ ਕਿਸ ਕਿਸਮ ਦਾ ਹਾਲ ਹੈ, ਖਾਸ ਕਰਕੇ ਜੇ ਗੱਲ ਕਰੀਏ, ਬਿਲਕੁਲ ਮਿਡਲ ਕਲਾਸ ਦੇ ਉੱਤੇ ਸਿੱਧਾ ਅਸਰ ਹੈ। ਪੈਟਰੋਲ ਡੀਜ਼ਲ ਦਾ ਇਸਤੇਮਾਲ ਵੀ ਹੁੰਦਾ ਹੈ, ਲੇਕਿਨ असर ਜਿਹੜਾ ਹੈ ਉਹਨਾਂ ਲੋਕਾਂ ਤੇ ਵੀ ਪੈਂਦਾ ਹੈ ਜਿਹੜੇ ਸ਼ਾਇਦ ਪੈਟਰੋਲ ਡੀਜ਼ਲ ਜਾਂ ਪੈਟਰੋਲ ਡੀਜ਼ਲ ਵਾਲੇ ਵਹੀਕਲਸ ਦਾ ਇਸਤੇਮਾਲ ਨਹੀਂ ਕਰਦੇ, ਕਿਉਂਕਿ ਖਰਚਾ ਹੈ ਜਿਹੜਾ ਉਹਨਾਂ ਦਾ ਵੀ ਵੱਧ ਰਿਹਾ ਹੈ। ਬਿਲਕੁਲ, ਹਰ ਦਿਨ ਵੱਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਹਰ ਕਿਸੇ ਦਾ ਲੱਕ ਤੋੜ ਕੇ ਰੱਖ ਦਿੱਤਾ। ਅਸੀਂ ਪੈਟਰੋਲ ਪੰਪ ਤੇ ਖੜੇ ਹਾਂ, ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿਆਂ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਵੱਧਦੀ ਮਹਿੰਗਾਈ ਤੋਂ ਬੇਹਾਲ ਹੋ ਰਹੇ ਨੇ। ਪੈਟਰੋਲ ਦੀ ਗੱਲ ਕੀਤੀ ਜਾਵੇ ਤਾਂ 107 ਰੁਪਏ 65 ਪੈਸੇ ਤੇ ਡੀਜ਼ਲ 97 ਰੁਪਏ ਤੋਂ ਪਾਰ ਹੁੰਦਾ ਨਜ਼ਰ ਆ ਰਿਹਾ। ਹਾਲਾਂਕਿ ਅੱਜ ਪਹਿਲਾ ਦਿਨ ਹੀ ਹੈ ਕਿ ਮਹਿੰਗਾਈ ਦਾ ਡੀਜ਼ਲ ਤੇ ਪੈਟਰੋਲ ਵਧਿਆ ਹੋਵੇ। ਹਰ ਦਿਨ ਜਿਹੜੇ ਰੇਟ ਨੇ ਉਹ ਵੱਧ ਰਹੇ ਨੇ, ਇਜ਼ਾਫਾ ਹੋ ਰਿਹਾ, ਕਦੇ 35 ਪੈਸੇ, ਕਦੇ 30 ਪੈਸੇ, ਕਦੇ 40 ਪੈਸੇ, ਔਰ तमाम ਤਰ੍ਹਾਂ ਦੇ ਜਿਹੜੇ ਰੇਟ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਖਿਰਕਾਰ ਰੇਟ ਹੈ ਜਿਹੜਾ ਉਹ ਹਰ ਦਿਨ ਵੱਧ ਰਿਹਾ। ਤਾਂ ਕਰਕੇ ਲੋਕ ਨਹੀਂ ਪਰੇਸ਼ਾਨ ਨੇ, ਸਿਰਫ 2 ਵੀਲਰ ਵਾਲੇ ਲੋਕ ਪਰੇਸ਼ਾਨ ਨਹੀਂ, ਖਾਸ ਤੌਰ ਤੇ ਕਿਸਾਨ ਤੋਂ ਲੈ ਕੇ ਹਰੇਕ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਪਰੇਸ਼ਾਨ ਨੇ। ਆਪਾਂ ਗੱਲਬਾਤ ਵੀ ਕਰਦੇ। ਪਟਵਾਰੀ ਸਾਹਿਬ, ਰੇਟ ਹਰ ਦਿਨ ਵੱਧ ਜਾਂਦੇ ਨੇ ਪੈਟਰੋਲ ਤੇ ਡੀਜ਼ਲ ਦੇ, ਔਖਾ ਕਿੰਨਾ ਹੋ ਗਿਆ? ਬਹੁਤ ਔਖਾ ਹੋ ਗਿਆ ਜੀ, ਬਹੁਤ ਔਖਾ, ਬਹੁਤ ਜ਼ਿਆਦਾ ਮਹਿੰਗਾਈ ਵੱਧ ਗਈ ਹੈ। ਤੇ ਖਾਸ ਤੌਰ ਤੇ ਜ਼ਿਮੀਂਦਾਰਾਂ ਦੇ ਕੰਮ ਨਾਲ ਸੰਬੰਧਿਤ ਹੋ, ਜ਼ਿਮੀਂਦਾਰਾਂ ਨੂੰ ਕਿੰਨਾ ਔਖਾ ਹੋ ਗਿਆ? ਕਿਉਂਕਿ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਔਖਾ, ਬਹੁਤ ਜ਼ਿਆਦਾ ਔਖਾ ਜੀ। ਬਿਲਕੁਲ, ਲੋਕ ਕਹਿ ਰਹੇ ਨੇ ਕਿ ਮੁਸ਼ਕਲ ਬਹੁਤ ਜ਼ਿਆਦਾ ਹੈਗਾ। ਬੇਸ਼ੱਕ ਖੇਤੀਬਾੜੀ ਦਾ ਕੰਮ ਕਰਨ ਵਾਲੇ ਲੋਕ ਹੋਣ, ਆਮ ਲੋਕ ਹੋਣ, ਉਹਨਾਂ ਦੀ ਜੇਬ ਦੇ ਉੱਪਰ ਮਹਿੰਗਾਈ ਹੈ ਜਿਹੜੀ ਉਹ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਆਪਾਂ ਗੱਲਬਾਤ ਵੀ ਕਰਦੇ। ਬਾਈ ਜੀ, ਔਖਾ ਕਿੰਨਾ ਹੋ ਗਿਆ? ਡੀਜ਼ਲ ਪੈਟਰੋਲ ਹਰ ਦਿਨ ਵੱਧ ਜਾਂਦੇ ਨੇ, 35 ਪੈਸੇ ਵੀ ਪੈਟਰੋਲ ਹੋਰ ਵੱਧ ਗਿਆ। ਬਹੁਤ ਔਖਾ ਹੋਇਆ ਪਿਆ ਜੀ ਤੇਲ ਦਾ। ਤਾਂ ਹੁਣ ਰੋਜ਼ ਦਾ ਮੰਡੀ, ਹੁਣ ਰੋਜ਼ ਦਾ ਪਾਉਣਾ ਪੈਂਦਾ ਜੀ, ਇੰਨਾ ਮਹਿੰਗਾ ਹੁਣ ਕਿੱਥੋਂ ਪਾ ਕੇ ਪੂਰਾ ਕਰੀਏ ਜੀ। ਲੱਗਦਾ ਬਜਟ ਹਲ ਗਿਆ ਆਮ ਬੰਦੇ ਦਾ। ਅੱਗੇ 150 ਰੁਪਏ ਤੇਲ ਨਾਲ 2 ਦਿਨ ਚੱਲਦਾ ਸੀ। ਹਾਂਜੀ, ਚੱਲਦਾ ਸੀਗਾ ਜੀ, ਤੇ ਹੁਣ ਤਾਂ 100 ਰੁਪਏ ਨੇ ਇੱਕ ਦਿਨ ਵੀ ਨਹੀਂ ਚੱਲਦਾ ਜੀ। ਹਾਂਜੀ, ਮੁਸ਼ਕਲ ਕਿੰਨੀ ਹੈ? ਕੀ ਲੱਗਦਾ ਕੋਈ ਰੇਟ ਰੂਟ ਖੜਨਗੇ ਕਿ ਇਸੇ ਤਰ੍ਹਾਂ? ਨਹੀਂ, ਮੁਸ਼ਕਲ ਹੈ ਜੀ, ਵੱਧਦੇ ਰਹਿਣਗੇ ਜੀ ਤਾਂ ਜੀ। ਬਿਲਕੁਲ, ਲੋਕ ਕਹਿ ਰਹੇ ਨੇ ਕਿ ਮਹਿੰਗਾਈ ਤੋਂ ਪਰੇਸ਼ਾਨ ਜ਼ਰੂਰ ਨੇ। ਬੇਸ਼ੱਕ ਖੇਤ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੋਣ, ਆਮ ਲੋਕ ਹੋਣ, तमाम ਤਰ੍ਹਾਂ ਦੇ ਜਿਹੜੇ ਲੋਕ ਨੇ
ਉਹ ਵੱਧਦੀ ਮਹਿੰਗਾਈ ਬਿਲਕੁਲ, ਤੋਂ ਸਾਰੇ ਪਰੇਸ਼ਾਨ ਲੋਕਾਂ ਦੇ ਉੱਤੇ ਨਜ਼ਰ ਆ ਰਹੇ ਮਹਿੰਗਾਈ ਨੇ ਦਾ ਜੀ। ਅਸਰ ਪੈਂਦਾ ਹੈ। ਠੀਕ ਹੈ ਸੂਰਜ, ਨਰੇਸ਼ ਸਾਡੇ ਨਾਲ ਜੁੜੇ ਹੋਏ ਨੇ, ਨਰੇਸ਼ ਸੇਠੀ ਫਰੀਦਕੋਟ ਤੋਂ। ਫਰੀਦਕੋਟ ਦੀਆਂ ਕੀ ਤਸਵੀਰਾਂ ਨੇ? ਹਰ ਜਗ੍ਹਾ ਲੋਕ ਤਰਾਹੀ ਕਰ ਰਹੇ ਨੇ। ਨਰੇਸ਼, ਕੀ ਕੋ ਜਾਣਕਾਰੀ ਹੈ? ਬਿਲਕੁਲ ਅਰਸ਼ੀ, ਲਗਾਤਾਰ ਤੋਂ ਗੱਲ ਕਰੀਏ ਤਾਂ ਪਿਛਲੇ 10-15 ਦਿਨ ਤੋਂ ਲਗਾਤਾਰ ਰੇਟ ਜਿਹੜਾ 30-35 ਪੈਸੇ ਜਿਹੜਾ ਰੋਜ਼ ਡੀਜ਼ਲ ਪੈਟਰੋਲ 'ਚ ਵਾਧਾ ਹੋ ਰਿਹਾ ਹੈ। ਜੇ ਅੱਜ ਦੀ ਗੱਲ ਕਰੀਏ ਤਾਂ ਅੱਜਕੱਲ ਦਾ ਫਰੀਦਕੋਟ ਦਾ ਰੇਟ ਤੁਸੀਂ ਦੇਖ ਸਕਦੇ ਹੋ ਕਿ 108 ਰੁਪਏ 9 ਪੈਸੇ ਜਿਹੜਾ ਪੈਟਰੋਲ ਦਾ ਰੇਟ ਪਹੁੰਚ ਚੁੱਕਾ ਹੈ ਔਰ 97 ਰੁਪਏ 92 ਪੈਸੇ ਡੀਜ਼ਲ ਦਾ ਰੇਟ ਪਹੁੰਚ ਚੁੱਕਾ ਹੈ। ਦੇਖੋ, ਇੱਕ ਤਾਂ ਤਿਉਹਾਰਾਂ ਦੇ ਦਿਨ ਚੱਲ ਰਹੇ ਜਿਸ ਨਾਲ ਕਿ ਜਿਹੜੀ ਵੱਡੀ ਖਪਤ ਵੱਧ ਹੁੰਦੀ ਹੈ, ਔਰ ਦੂਸਰੇ ਪਾਸੇ ਹੁਣ ਜਿਹੜੀ ਨਵੀਂ ਫਸਲ ਦੀ ਬਿਜਾਈ ਵੀ ਸ਼ੁਰੂ ਹੋਣੀ ਹੈ ਔਰ ਇਸ ਦੇ ਚੱਲਦੇ ਵੀ ਜਿਹੜਾ ਡੀਜ਼ਲ ਔਰ ਪੈਟਰੋਲ ਦੀ ਖਪਤ ਵਧਣੀ ਹੈ ਤਾਂ ਕਿਤੇ ਨਾ ਕਿਤੇ ਵੱਡਾ ਆਰਥਿਕ ਬੋਝ ਜਿਹੜਾ ਆਮ ਲੋਕਾਂ ਤੇ ਪੈਣ ਵਾਲਾ ਹੈ। ਸਾਡੇ ਨਾਲ ਪੈਟਰੋਲ ਪੰਪ ਮਾਲਕ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਲਗਾਤਾਰ ਪੈਟਰੋਲ ਡੀਜ਼ਲ 'ਚ ਵਾਧਾ ਹੋ ਰਿਹਾ, ਅੱਜ ਕਿੰਨਾ ਵਾਧਾ ਹੋਇਆ ਤੇ ਜੇ ਗੱਲ ਕਰੀਏ ਪਿਛਲੇ 15-20 ਦਿਨਾਂ ਵਿੱਚ ਕਿੰਨਾ ਪੈਟਰੋਲ ਔਰ ਡੀਜ਼ਲ ਦਾ ਰੇਟ ਵੱਧ ਚੁੱਕਿਆ? ਅੱਜ ਜਿਹੜਾ ਜੀ ਪੈਟਰੋਲ ਹੈਗਾ ਉਹ 34 ਪੈਸੇ ਇਨਕਰੀਜ਼ ਹੋਇਆ ਤੇ ਡੀਜ਼ਲ ਹੈ ਜਿਹੜਾ 35-90 ਪੈਸੇ ਇਨਕਰੀਜ਼ ਹੋਇਆ ਪਰ ਲੀਟਰ। ਔਰ ਕਿੰਨਾ ਕੁ ਅਸਰ ਪੈਂਦਾ ਆਮ ਲੋਕਾਂ ਤੇ, ਕਿਉਂਕਿ ਲਗਾਤਾਰ ਦੇਖਣ ਨੂੰ ਮਿਲ ਰਿਹਾ ਕਿ ਰੇਟ ਵੱਧ ਰਹੇ ਨੇ? ਕੰਜ਼ੰਪਸ਼ਨ ਬਹੁਤ ਘੱਟ ਹੋ ਰਹੀ ਹੈ ਜੀ, ਸਾਡੀ ਸੇਲ ਤੇ ਬਹੁਤ ਇਫੈਕਟ ਪੈ ਰਿਹਾ। ਅੱਗੇ ਸਾਡਾ ਪਰ ਡੇ 2 ਕਿਲੋ ਪੈਟਰੋਲ ਲੱਗਦਾ ਸੀਗਾ, ਹੁਣ 1 ਕਿਲੋ 1.5 ਕਿਲੋ ਤੇ ਆ ਗਿਆ। ਡੀਜ਼ਲ 3 ਕਿਲੋ 4 ਕਿਲੋ ਲੱਗਦਾ ਸੀ, ਹੁਣ 2-2.5 ਕਿਲੋ ਤੇ ਆ ਗਿਆ। ਤੇ ਜਿਹੜਾ ਬੰਦਾ ਪਹਿਲਾਂ ਪਾਉਂਦਾ ਸੀਗਾ 500 ਦਾ, ਹੁਣ ਉਹ ਕਹਿੰਦਾ 200 ਦਾ ਪਾ ਦੇ, 200 ਵਾਲਾ 100 ਦੇ। ਬਿਲਕੁਲ, ਕਿਤੇ ਨਾ ਕਿਤੇ ਖਪਤ ਤੇ ਵੀ ਅਸਰ ਪਿਆ। ਕੁਝ ਲੋਕ ਜਿਹੜੇ ਪੈਟਰੋਲ ਪੰਪ ਸਰ ਲਗਾਤਾਰ ਪੈਟਰੋਲ ਵਧ ਰਿਹਾ, ਕਿੱਦਾਂ ਮਹਿਸੂਸ ਕਰ ਰਹੇ, ਕਿੰਨਾ ਕੁ ਆਰਥਿਕ ਬੋਝ ਪੈ ਰਿਹਾ ਲੋਕਾਂ ਤੇ? ਸਰ ਬਹੁਤ ਵੱਡਾ ਆਰਥਿਕ ਬੋਝ ਪੈ ਰਿਹਾ, ਮਤਲਬ ਕਿ ਲੋਕਾਂ ਦਾ ਬਜਟ ਵਿਗੜ ਗਿਆ ਜੀ ਪੈਟਰੋਲ ਵਧਣ ਨਾਲ। ਤੁਸੀਂ ਦੇਖੋ ਪੈਟਰੋਲ ਦਾ ਰੇਟ 100 ਤੋਂ ਟੱਪ ਗਿਆ ਜੀ, ਡੀਜ਼ਲ ਤੁਸੀਂ ਦੇਖੋ 2 ਰੁਪਏ ਘਟ ਰਹਿ ਗਿਆ ਜੀ ਸਿਰਫ। ਮਤਲਬ ਕਿ ਲੋਕਾਂ ਤੇ ਬਹੁਤ ਵੱਡੀ ਮਾਰ ਹੈ ਮੋਦੀ ਸਰਕਾਰ ਦੀ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਰਾਹਤ ਮਿਲੂਗੀ, ਕਿ ਜਿਸ ਤਰ੍ਹਾਂ ਕਿ ਸਰਕਾਰ ਲਗਾਤਾਰ ਦਾਅਵੇ ਕਰਦੀ ਹੈ ਕਿ ਜਿਹੜਾ ਗਰੀਬੀ ਨੂੰ ਘਟਾਇਆ ਜਾਵੇਗਾ, ਗਰੀਬੀ ਦਾ ਤੇ ਲਿਆ? ਨਹੀਂ ਸਰ, ਸਰਕਾਰ ਤੋਂ ਤੁਸੀਂ ਦੇਖੋ ਜਿਹੜੇ ਮੀਡੀਅਮ ਬੰਦਾ ਉਹਨੂੰ ਨੱਪਣ ਵਾਸਤੇ ਡੇਲੀ ਨਵੇਂ ਤੋਂ ਨਵੇਂ ਕਾਨੂੰਨ ਲਿਆ ਰਹੀ ਹੈ, ਠੀਕ ਹੈ ਜੀ। ਤੇ ਮਤਲਬ ਕਿ ਇਹ ਤਾਂ 1% ਵੀ ਨਹੀਂ ਲੱਗਦਾਗਾ ਕਿ ਰਾਹਤ ਮਿਲੂਗੀ ਜੀ। ਬਿਲਕੁਲ ਕੋਈ ਕਿਸੇ ਵੀ ਸਰਕਾਰ ਤੋਂ, ਭਾਵੇਂ ਪੰਜਾਬ ਦੀ ਕਾਂਗਰਸ ਸਰਕਾਰ ਹੋਵੇ, ਭਾਵੇਂ ਸੈਂਟਰ ਦੀ ਮੋਦੀ ਸਰਕਾਰ ਆ, ਇਹ ਤਾਂ ਬਿਲਕੁਲ ਹੀ ਕੋਈ ਮਤਲਬ ਕਿ ਲੱਗਦਾ ਹੀ ਨਹੀਂਗਾ ਕਿ ਰਾਹਤ ਮਿਲੂਗੀ ਜੀ। ਪੈਟਰੋਲ ਡੀਜ਼ਲ ਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਕਿ ਇਹਨੂੰ GST ਦੇ ਦਾਇਰੇ 'ਚ ਲਿਆਂਦਾ ਜਾਵੇ ਤਾਂ ਕਿ ਕੁਝ ਜਿਹੜੇ ਟੈਕਸ ਹੈ ਉਹ ਘਟਣ ਤੇ ਰੇਟ ਇਸ ਦਾ ਘਟੇ। ਸਰਕਾਰਾਂ ਪਾਸੇ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਹੀ। ਸਰ, ਜੇ ਸਰਕਾਰਾਂ ਜੇ ਤੁਸੀਂ GST ਦੇ ਤੁਸੀਂ ਕਹਿੰਦੇ ਉਹਦੇ ਅੰਡਰ ਲਿਆਂਦਾ ਜਾਵੇ, ਤੇ ਜੇ ਕੇਜਰੀਵਾਲ 7 ਰੁਪਏ ਦਿੱਲੀ ਦੇ ਵਿੱਚ ਡੀਜ਼ਲ ਪੈਟਰੋਲ ਦੇ ਰੇਟ ਘਟਾ ਸਕਦਾ ਤੇ ਕਾਂਗਰਸ ਸਰਕਾਰ ਆਪਦੇ ਕੋਲੋਂ 7 ਰੁਪਏ ਕਿਉਂ ਨਹੀਂ ਘਟਾ ਰਹੀ? ਉਹ ਤਾਂ ਸਾਰੇ ਐਵੇਂ ਬਹਾਨੇ ਬਣਾ ਰਹੇ ਆ GST ਦਾ। ਉਹ ਤਾਂ ਲੋਕਾਂ ਨੂੰ ਬੇਵਕੂਫ, ਦੋਨੋਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਲੋਕਾਂ ਨੂੰ ਬੇਵਕੂਫ ਬਣਾ ਰਹੀਆਂ, ਜਦੋਂ ਕਿ ਇਦਾਂ ਦੀ ਕੋਈ ਗੱਲ ਨਾ ਹੋਣੀ ਹੈ। ਬਿਲਕੁਲ, ਲੋਕਾਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਨੇ, ਹਰ ਚੀਜ਼ ਦਾ ਜਿਹੜਾ ਰੇਟ ਹੈ ਉਹ ਵੱਧ ਜਾਂਦਾ ਹੈ, ਚਾਹੇ ਉਹ ਸਬਜ਼ੀਆਂ ਦੇ ਰੇਟ ਹੋਣ, ਚਾਹੇ ਉਹ ਘਰੇਲੂ ਖਪਤ ਦੀਆਂ ਹੋਰ ਚੀਜ਼ਾਂ ਹੋਣ। ਸਿਲੰਡਰ ਦੇ ਰੇਟ ਵੀ ਵਧ ਰਹੇ ਨੇ, ਤਾਂ ਮਹਿੰਗਾਈ ਦੀ ਮਾਰ ਹੈ ਜਿਹੜੀ, ਉਸ ਤੋਂ ਜ਼ਰੂਰ ਜਿਹੜੇ ਆਮ ਲੋਕ ਪਰੇਸ਼ਾਨ ਨੇ। ਵੱਖ-ਵੱਖ ਥਾਵਾਂ ਤੋਂ ਸਾਡੇ ਸਹਿਯੋਗੀ ਜੁੜੇ, ਸੁਰਿੰਦਰ ਜਲੰਧਰ ਤੋਂ ਤੁਹਾਡਾ ਵੀ ਸ਼ੁਕਰੀਆ, ਸੂਰਜ ਭਾਨ ਬਠਿੰਡਾ ਤੋਂ ਜੁੜੇ, ਨਰੇਸ਼ ਸੇਠੀ ਫਰੀਦਕੋਟ ਤੋਂ ਤੇ ਉਮੇਸ਼ ਚੰਡੀਗੜ੍ਹ ਤੋਂ ਜੁੜੇ, ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਤਾਂ ਮਹਿੰਗਾਈ ਦੀ ਮਾਰ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ, ਆਮ ਲੋਕਾਂ ਤੇ ਪੈ ਰਹੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸੀਂ ਤੁਹਾਨੂੰ ਵੱਖ-ਵੱਖ ਥਾਵਾਂ ਤੇ ਕਿੰਨੀ ਕੀਮਤ ਹੈ ਪੈਟਰੋਲ ਦੀ ਤੇ ਡੀਜ਼ਲ ਦੀ, ਉਹ ਵੀ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਦਿਖਾ ਰਹੇ ਹਾਂ। ਤੇ 100 ਤੋਂ ਵੱਧਦੇ ਹੁਣ ਜਿਹੜੀਆਂ ਕੀਮਤਾਂ ਨੇ ਉਹ ਅਸੀਂ ਕਹਿ ਸਕਦੇ ਹਾਂ ਕਿ ਹੱਥੋਂ ਬਾਹਰ ਹੁੰਦੀਆਂ ਨਜ਼ਰ ਆ ਰਹੀਆਂ ਨੇ। ਜਿਵੇਂ ਕੁਝ ਲੋਕ ਇਹ ਵੀ ਦੱਸ ਰਹੇ ਸਨ ਕਿ ਪਹਿਲਾਂ ਜਿੰਨਾ ਜਿਹੜਾ ਇਸਤੇਮਾਲ ਹੁੰਦਾ ਸੀ ਪੈਟਰੋਲ ਤੇ ਡੀਜ਼ਲ ਦਾ, ਉਸਦੀ ਖਪਤ ਲੋਕਾਂ ਨੇ ਘਟਾ ਲਈ ਹੈ ਕਿਉਂਕਿ ਉਹਨਾਂ ਦਾ ਖਰਚਾ ਹੀ ਨਹੀਂ ਪੂਰਾ ਹੁੰਦਾ।